ਅਸੀਂ 2017 ਦੇ ਵਿੱਚ ਨਿਊਜ਼ੀਲੈਂਡ ਗਏ ਸੀ ਪੜ੍ਹਾਈ ਕਰਨ ਵਾਸਤੇ। ਇੱਥੇ ਕੋਵਿਡ ਰਿਸਟ੍ਰਿਕਸ਼ਨਾਂ ਲਾਤੀਆਂ, ਬਾਰਡਰ ਰਿਸਟ੍ਰਿਕਸ਼ਨਾਂ ਕਰਕੇ ਅਸੀਂ ਵਾਪਸ ਨਹੀਂ ਜਾ ਕੇ ਇੱਥੇ ਸਟਕ ਹੋ ਗਏ। ਉੱਥੋਂ ਦੀ ਸਰਕਾਰ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ, ਜਿਹਦੇ ਕਰਕੇ ਆਪਾਂ ਇਸ ਟਾਈਮ ਇੱਥੇ ਰੁਕ ਗਏ ਹਾਂ। ਤੁਸੀਂ ਜਥੇਬੰਦੀ ਬਣਾਈ ਆ, ਹੁਣ ਕਿੰਨੇ ਜਾਣੇ ਨੇ ਜਿਹੜੇ ਅਫੈਕਟਡ ਨੇ? ਸਾਡੇ ਕੋਲ ਜੀ ਇਸ ਟਾਈਮ 700 ਦੇ ਕਰੀਬ ਉਹ ਭਾਈਚਾਰਾ ਸਾਰਾ ਤਕਰੀਬਨ ਸਾਡੇ ਨਾਲ ਵੱਖ-ਵੱਖ ਸਟੇਟਾਂ ਤੋਂ। ਨਾ ਤਾਂ ਉੱਥੋਂ ਦੀ ਸਰਕਾਰ ਗੱਲ ਕਰ ਰਹੀ ਆ, ਨਾ ਤਾਂ ਇੱਥੋਂ ਦੀ ਸਰਕਾਰ ਕੋ ਵਾਰ-ਵਾਰ ਮਿਲੇ ਆ। ਪੰਜਾਬ ਦਾ ਨੌਜਵਾਨ ਵਿਦੇਸ਼ ਜਾਣ ਨੂੰ ਤਰਸ ਰਿਹਾ ਹੈ। ਕਰੋਨਾ ਮਹਾਮਾਰੀ ਕਾਰਨ ਪੰਜਾਬ ਦੇ ਨੌਜਵਾਨ ਦਾ ਵਿਦੇਸ਼ ਜਾਣਾ ਹੋਇਆ ਔਖਾ। ਅੱਜ ਸਾਡੇ ਨਾਲ ਮੌਜੂਦ ਨੇ ਇੱਕ ਪੰਜਾਬ ਦਾ ਨੌਜਵਾਨਾਂ ਦਾ ਗਰੁੱਪ, ਜਿਹੜੇ ਨਿਊਜ਼ੀਲੈਂਡ ਤੋਂ ਪਰਤੇ ਸੀਗੇ ਕਰੋਨਾ ਮਹਾਮਾਰੀ ਦੌਰਾਨ, ਤੇ ਹੁਣ ਉਹ ਵਾਪਸ ਜਾਣਾ ਚਾਹੁੰਦੇ ਆ, ਪਰ ਨਿਊਜ਼ੀਲੈਂਡ ਸਰਕਾਰ ਦੀ ਹਦਾਇਤਾਂ ਕਾਰਨ, ਬਾਰਡਰ ਕਲੋਜ਼ ਹੋਣ ਕਾਰਨ ਉਹ ਨਹੀਂ ਜਾ ਪਾ ਰਹੇ। ਮੁੰਡਿਆਂ ਨੇ, ਨੌਜਵਾਨਾਂ ਨੇ, ਕੋਈ ਵਰਕ ਪਰਮਿਟ ਤੇ ਹੈ, ਕੋਈ ਸਟੂਡੈਂਟ ਲੋਨ ਲਿਆ ਹੋਇਆ ਹੈ। ਇੱਥੇ ਰੁਜ਼ਗਾਰ ਨਹੀਂ ਮਿਲ ਰਿਹਾ ਕਿਉਂਕਿ ਉਹਨਾਂ ਦੇ ਸਾਰੇ ਡਾਕੂਮੈਂਟਸ ਵਗੈਰਾ ਨਿਊਜ਼ੀਲੈਂਡ 'ਚ ਹੀ ਨੇ। ਨੌਜਵਾਨਾਂ ਦਾ ਕਹਿਣਾ ਹੈ ਵੀ ਉਹਨਾਂ ਨੇ ਪੋਲੀਟੀਕਲ ਬੰਦਿਆਂ ਨੂੰ ਵੀ ਅਪਰੋਚ ਕੀਤੀ ਹੈ, ਸਿੱਖ ਜਥੇਬੰਦੀਆਂ ਨੂੰ ਵੀ ਅਪਰੋਚ ਕੀਤੀ ਹੈ, ਪਰ ਕਿਸੇ ਨੇ ਵੀ ਉਹਨਾਂ ਦਾ ਮਸਲੇ ਦਾ ਹੱਲ ਨਹੀਂ ਕੀਤਾ। ਅੱਜ ਅਸੀਂ ਗੱਲ ਕਰਾਂਗੇ ਨੌਜਵਾਨਾਂ ਨਾਲ। ਭਾਈ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਗੁਰਜੀਤ ਸਿੰਘ ਹੈ ਜੀ। ਅਸੀਂ 2017 ਦੇ ਵਿੱਚ ਨਿਊਜ਼ੀਲੈਂਡ ਗਏ ਸੀ ਪੜ੍ਹਾਈ ਕਰਨ ਵਾਸਤੇ, ਮੈਂ ਅਤੇ ਮੇਰੀ ਵਾਈਫ। ਸਾਨੂੰ ਇੱਦਾਂ ਹੈ ਕਿ ਸਟੱਡੀ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਦਾ। ਪੜ੍ਹਾਈ ਪੂਰੀ ਹੋਈ, ਸਾਨੂੰ ਵਰਕਿੰਗ ਰਾਈਟਸ ਮਿਲੇ 3 ਸਾਲ ਦੇ। ਉਸ ਸਮੇਂ ਦੌਰਾਨ ਹੀ ਅਸੀਂ ਘਰ ਦੇ ਵਿੱਚ ਖੁਸ਼ੀਆਂ ਵੀ ਹੁੰਦੀਆਂ, ਮਾਤਮ ਵੀ ਹੁੰਦੇ ਆ। ਅਸੀਂ ਉਹਨਾਂ ਸਮਿਆਂ ਦੌਰਾਨ ਇੱਥੇ ਵਾਪਸ ਆਏ। ਉਹ ਤੋਂ ਬਾਅਦ ਕੋਵਿਡ ਦੀ ਸਮੱਸਿਆ ਆ ਗਈ, ਸਾਨੂੰ ਵਾਪਸ। ਪਿਛਲੇ ਸਾਲ ਵਾਪਸ ਆਏ ਸੀ? ਹਾਂਜੀ, 2020 ਦੇ ਵਿੱਚ ਅਸੀਂ ਆਏ ਸੀ ਜੀ। ਤੇ ਉਸ ਤੋਂ ਬਾਅਦ ਇੱਥੇ ਕੋਵਿਡ ਰਿਸਟ੍ਰਿਕਸ਼ਨਾਂ ਲਾਤੀਆਂ, ਬਾਰਡਰ ਰਿਸਟ੍ਰਿਕਸ਼ਨਾਂ ਕਰਕੇ ਅਸੀਂ ਵਾਪਸ ਨਹੀਂ ਜਾ ਕੇ ਇੱਥੇ ਸਟਕ ਹੋ ਗਏ। ਉਸ ਤੋਂ ਬਾਅਦ ਅਸੀਂ ਵਾਰ-ਵਾਰ ਉੱਥੋਂ ਦੀ ਸਰਕਾਰ ਨੂੰ ਬੇਨਤੀਆਂ ਕੀਤੀਆਂ, ਜਦੋਂ ਇੰਡੀਆ ਦੇ ਵਿੱਚ ਕੋਵਿਡ ਅੰਡਰ ਕੰਟਰੋਲ ਸੀਗਾ, ਕਿ ਸਾਨੂੰ ਵੀ ਲੈ ਕੇ ਜਾਓ, ਕਿਉਂਕਿ ਅਸੀਂ ਆਪਣੇ ਘਰ ਦਾ ਜੋ ਸਰਮਾਇਆ ਸੀ, ਪੈਸਾ ਸੀ, ਇੰਨੀਆਂ ਪਹਿਲੀਆਂ ਲੋਨ ਲੈ ਕੇ, ਕੋਲੇਟਰਲ ਲੋਨ ਲੈ ਕੇ ਪਹੁੰਚੇ ਸੀ। ਉੱਥੋਂ ਦੀ ਸਰਕਾਰ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ, ਜਿਹਦੇ ਕਰਕੇ ਆਪਾਂ ਇਸ ਟਾਈਮ ਇੱਥੇ ਰੁਕ ਗਏ ਹਾਂ। ਸਾਡੇ ਉਹ ਵਰਕਿੰਗ ਰਾਈਟਸ, ਅਸੀਂ ਕੰਮ ਵੀ ਨਹੀਂ ਕਰ ਪਾਏ, ਉਹ ਪੈਸੇ ਵੀ ਨਹੀਂ ਉਤਾਰ ਸਕੇ। ਅਤੇ ਸਰਕਾਰ ਸਾਰਿਆਂ ਨਾਲ ਬਹੁਤ ਜ਼ਿਆਦਾ ਦਰਕਿਨਾਰ ਉੱਥੋਂ ਕਰ ਰਹੀ ਹੈ। ਬਹੁਤ ਦੁਰਦਸ਼ਾ ਮਾੜੀ ਦਿਨੋਂ ਬ ਦਿਨ ਹੁੰਦੀ ਜਾ ਰਹੀ ਹੈ। ਤੁਸੀਂ ਇੱਕ ਜਥੇਬੰਦੀ ਬਣਾਈ ਆ, ਹੁਣ ਕਿੰਨੇ ਜਾਣੇ ਨੇ ਜਿਹੜੇ ਅਫੈਕਟਡ ਨੇ ਤੇ ਜਿਹੜੇ ਕਰੋਨਾ ਮਹਾਮਾਰੀ ਦੌਰਾਨ ਪੰਜਾਬ ਆਏ ਸੀ ਤੇ ਹੁਣ ਵਾਪਸ ਨਹੀਂ ਜਾ ਪਾ ਰਹੇ? ਸਾਡੇ ਕੋਲ ਜੀ ਇਸ ਟਾਈਮ 700 ਦੇ ਕਰੀਬ ਉਹ ਭਾਈਚਾਰਾ ਸਾਰਾ ਤਕਰੀਬਨ ਸਾਡੇ ਨਾਲ ਵੱਖ-ਵੱਖ ਸਟੇਟਾਂ ਤੋਂ, ਉੱਤਰਾਖੰਡ ਤੋਂ, ਹਰਿਆਣਾ ਤੋਂ, ਪੂਰੇ ਇੰਡੀਆ ਦੇ ਵਿੱਚੋਂ, ਬੰਬੇ ਤੋਂ, ਸਾਰਿਆਂ ਵਿੱਚੋਂ ਹੀ ਭਾਈਚਾਰਾ ਸਾਡੇ ਸਾਰੇ ਹੈਗੇ ਲੋਕ, ਵੱਖ-ਵੱਖ ਜਾਤਾਂ ਨੇ, ਧਰਮ ਨੇ, ਸਾਰੇ ਸਾਡੇ ਨਾਲ ਨੇ। ਇਸ ਦੇ ਟਾਈਮ ਅਸੀਂ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਸਾਡੀ ਪ੍ਰੈਸ ਕਾਨਫਰੰਸ ਰੱਖੀ ਆ ਕਿ ਅਸੀਂ ਅਗਲਾ ਸਟੈਪ ਕੀ ਲੈਂਦੇ, ਕਿਉਂਕਿ ਗੌਰਮੈਂਟ ਵਾਰ-ਵਾਰ ਝੂਠੇ ਵਾਅਦੇ, ਝੂਠੀਆਂ ਗੱਲਾਂ ਕਰਕੇ ਸਾਨੂੰ ਕਹਿੰਦੀ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ। ਸਾਨੂੰ ਦੱਸੋ, ਇੱਕ ਆਮ ਕਿਸਾਨ ਘਰ ਦੇ ਖਰਚੇ ਲਈ ਆੜ੍ਹਤੀਏ ਕੋ ਪੈਸੇ ਚੱਕਦਾ ਜਾਂ ਲੋਨ ਲੈ ਕੇ ਖਰਚਾ ਕਰਦਾ। ਅਸੀਂ ਸਿਰਫ 1.5 ਮਹੀਨੇ ਵਾਸਤੇ ਇੱਥੇ ਆਏ ਸੀ, ਅੱਜ ਸਾਨੂੰ 1.5 ਸਾਲ ਹੋ ਗਿਆ। ਇਹ ਪੁੱਛਿਆ ਜਾਵੇ ਕਿ ਉਹ ਖਰਚਾ ਕਿੱਥੋਂ ਕਰੀਏ। ਉਹ ਨਾ ਤਾਂ ਉੱਥੋਂ ਦੀ ਸਰਕਾਰ ਗੱਲ ਕਰ ਰਹੀ ਆ, ਨਾ ਤਾਂ ਇੱਥੋਂ ਦੀ ਸਰਕਾਰ ਕੋ ਵਾਰ-ਵਾਰ ਮਿਲੇ ਆ। ਅਸੀਂ ਐਮਬੈਸੀ ਦੇ ਵਿੱਚ ਕਿਹਨੂੰ ਮਿਲੇ ਹੋ ਇੱਥੇ ਪੰਜਾਬ 'ਚ? ਤੁਸੀਂ ਆਪਣਾ ਜਿਹੜਾ ਤੁਹਾਡਾ ਇਸ਼ੂ ਹੈ, ਕਿਹਦੇ ਅੱਗੇ ਚੱਕਿਆ? ਕੀ ਜਵਾਬ ਮਿਲਿਆ ਉਹਨਾਂ ਤੋਂ? ਅਸੀਂ ਜੀ ਭਗਵੰਤ ਮਾਨ ਸਾਹਿਬ ਕੋ ਵੀ ਗਏ ਹਾਂ, ਔਜਲਾ ਸਾਹਿਬ ਕੋ ਵੀ ਗਏ ਹਾਂ। ਰਿਲੀਜੀਅਸ ਬੇਸ 'ਤੇ ਅਸੀਂ ਸੁਪਰੀਮ ਪਾਵਰ ਸਿੱਖ ਸੁਸਾਇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਕੋ ਵੀ ਗਏ ਹਾਂ। ਅਸੀਂ ਜੰਤਰ ਮੰਤਰ 'ਤੇ ਬੈਠੇ ਸੀ, ਸੋਮ ਪ੍ਰਕਾਸ਼ ਜੀ ਨੂੰ ਫੋਨ ਕਾਲਾਂ ਕੀਤੀਆਂ। ਐਟ ਦਾ ਮੂਵਮੈਂਟ ਸਾਡਾ ਹਰ ਕੋਈ ਕਹਿੰਦਾ ਪੋਰਟਲ 'ਤੇ ਆ, ਕੋਈ ਵੀ ਸੁਣ ਨਹੀਂ ਰਿਹਾ। ਬਿਲਕੁਲ ਗੂੰਗੀ ਬੈਰੀ ਸਰਕਾਰ ਬਣੀ ਬੈਠੀ ਆ। ਇੱਕ 30 ਤੋਂ 40 ਲੱਖ ਇਨਸਾਨ ਲਾ ਕੇ ਦੱਸੋ ਕਿੱਥੇ ਜਾਵੇ? ਇੱਥੇ ਤਾਂ ਕੋਈ ਨੌਕਰੀ ਦੇ ਕੇ ਖੁਸ਼ ਨਹੀਂ, ਕਿਉਂਕਿ ਹਰ ਪੁੱਛਦਾ ਤੂੰ ਰਹਿਣਾ ਕਿੰਨੇ ਦਿਨ ਹੈ, ਤੇਰਾ ਤਾਂ ਪਤਾ ਨਹੀਂ ਕਿਸ ਦਿਨ ਫਲਾਈਟ ਚੱਲਣੀ ਆ, ਤੂੰ ਵਾਪਸ ਚੱਲ ਜਾਏਗਾ, ਮੈਂ ਤੈਨੂੰ ਨੌਕਰੀ ਨਹੀਂ ਦੇ ਸਕਦਾ। ਅਸੀਂ ਉਹ 30 ਲੱਖ 35 ਲੱਖ ਬੈਂਕਾਂ ਦਾ ਕਰਜ਼ੇ ਦੇਣੇ ਆ, ਅਸੀਂ ਕਿੱਥੋਂ ਦੇਣੇ? ਅਸੀਂ ਵਾਰ-ਵਾਰ ਇੱਥੋਂ ਦੀ ਸਰਕਾਰ, ਉੱਥੋਂ ਦੀ ਸਮੂਹ ਸਿੱਖ ਭਾਈਚਾਰਾ, ਸਿੱਖ ਸੰਸਥਾਵਾਂ ਬੇਨਤੀ ਇਹੀ ਕਰਦੇ ਆ ਕਿ ਉਹ ਅੱਗੇ ਆਉਣ, ਸਾਡੇ ਲਈ ਅੱਗੇ ਆਉਣ। ਜੇ ਮੈਂ ਸਟੋਰੀਆਂ ਸੁਣਾਉਣ ਲੱਗ ਜਾਵਾਂ ਤਾਂ ਦੁਖਾਂਤ ਵਾਲੀਆਂ ਸਟੋਰੀਆਂ ਨੇ, ਸੁਣਨ ਵਾਲਿਆਂ ਵੀ ਅੱਖਾਂ 'ਚ ਪਾਣੀ ਆ ਜਾਊਗਾ। ਮੈਂ ਵਾਰ-ਵਾਰ ਬੇਨਤੀ ਕਰਦਾ, ਸਾਡੇ ਲਈ ਅੱਗੇ ਆ ਜਾਓ। ਤੁਸੀਂ ਰੋਜ਼ ਦੀ ਇੱਕ ਸਟੋਰੀ ਸੁਣ ਲਓ, ਤੁਸੀਂ ਸਾਰੀ ਰਾਤ ਸੌਂ ਕੇ ਨਹੀਂ ਵੇਖੋਗੇ। ਇਹ ਸਟੋਰੀਆਂ ਇੰਨੀਆਂ ਕਿ ਭਾਵਕ ਸਟੋਰੀਆਂ ਨੇ। ਤੁਸੀਂ ਅੱਗੇ ਆਓ, ਸਾਡੀ ਮਦਦ ਕਰੋ। ਅਤੇ ਜਿਹੜਾ ਰਾਜਨੀਤਿਕ ਪਕਸ਼ ਆ, ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ। ਉਹਨਾਂ ਨੂੰ ਫੋਰਨ ਮਿਨਿਸਟਰੀ ਨਾਲ ਗੱਲ ਕਰਨੀ ਚਾਹੀਦੀ ਆ। ਉੱਥੋਂ ਦਾ ਫੋਰਨ ਮਿਨਿਸਟਰ ਦਾ ਇੱਕ ਬੰਦਾ ਕੌਂਸਲੇਟ ਲੈ ਕੇ ਉੱਥੇ ਨਿਊਜ਼ੀਲੈਂਡ ਗੌਰਮੈਂਟ ਨੂੰ ਭੇਜਣਾ ਚਾਹੀਦਾ, ਜਿਹੜਾ ਗੱਲ ਕਰਕੇ ਆਵੇ। ਤੁਸੀਂ ਇਹਨਾਂ ਬੰਦਿਆਂ ਕੋਲ ਪੈਸੇ ਲੈ ਲਏ, ਠੱਗੀ ਮਾਰ ਲਈ, ਅਤੇ ਹੁਣ ਤੁਸੀਂ ਇਹਨਾਂ ਨੂੰ ਵਾਪਸ ਬੁਲਾ ਨਹੀਂ ਰਹੇ। ਸਾਨੂੰ ਇੱਕ ਕਲੈਰਿਟੀ ਸਰਕਾਰ ਦੇਵੇ ਕਿ ਅੱਜ ਨਹੀਂ ਕੱਲ੍ਹ ਨਹੀਂ ਤਾਂ ਪਰਸੋਂ, ਜਦੋਂ ਵੀ ਸਾਨੂੰ ਲੈ ਕੇ ਜਾਣਾ ਆ, ਸਾਨੂੰ ਇੱਕ ਕਲੈਰਿਟੀ ਦੇਵੇ, ਤਾਂ ਜੋ ਅਸੀਂ ਬੱਚਿਆਂ ਦਾ, ਪਰਿਵਾਰ ਦਾ
ਪਾਲਣ ਪੋਸ਼ਣ ਕਰ ਲਈਏ, ਕਿਉਂਕਿ ਅਸੀਂ ਪੈਸੇ ਕਿਸੇ ਕੋਲ ਤਾਂ ਚੱਕਾਂਗੇ ਜੇ ਸਾਨੂੰ ਪਤਾ ਹੋਊ ਆਪਾਂ ਜਾਣਾ ਕਦੋਂ ਆ, ਨਹੀਂ ਤਾਂ ਇੱਥੇ ਹੀ ਕੋਈ ਸਬਰ ਕਰ ਲਾਂਗੇ। ਸਾਨੂੰ ਸਰਕਾਰ ਇੱਕ ਕਲੈਰਿਟੀ ਦੇਵੇ ਤੇ ਭਾਈਚਾਰਾ ਸਾਡੇ ਨਾਲ ਬਾਂਹ ਮਰੋੜੇ। ਰਾਜਨੀਤੀਆਂ ਬਾਅਦ ਵਿੱਚ ਹੋ ਜਾਣਗੀਆਂ, ਪਹਿਲਾਂ ਰੋਟੀ ਜ਼ਰੂਰੀ ਆ। ਤੁਸੀਂ ਰਾਜਨੀਤਿਕ ਲੋਕਾਂ ਦੀ ਗੱਲ ਕੀਤੀ, ਪੋਲੀਟੀਕਲ ਬੰਦਿਆਂ ਦੀ ਗੱਲ ਕੀਤੀ, ਉਹਨਾਂ ਨੇ ਤੁਹਾਨੂੰ ਕੀ ਕਿਹਾ ਜਦੋਂ ਤੁਸੀਂ ਆਪਣਾ ਮਸਲਾ ਚੱਕਿਆ? ਜੇ ਤੁਸੀਂ ਦੱਸ ਸਕਦੇ ਹੋ ਕੀ ਕਿਹਾ ਉਹਨਾਂ ਨੇ? ਉਹ ਤਾਂ ਸਾਰੇ ਇਹੀ ਕਹਿੰਦੇ ਆ ਕਿ ਅਸੀਂ ਫੋਰਨ ਮਿਨਿਸਟਰੀ ਤੱਕ ਤੁਹਾਡੀ ਅਪਰੋਚ ਕਰਾ ਰਹੇ ਹਾਂ, ਸਾਡੀ ਫੋਰਨ ਮਿਨਿਸਟਰੀ ਜਲਦੀ ਤੋਂ ਜਲਦੀ ਤੁਹਾਨੂੰ ਇਹ ਗੱਲ ਦਾ ਸੌਟ ਆਊਟ ਕਰਕੇ ਦੇਗੀ ਕਿ ਉਹ ਦੇ ਦੇ। ਇਹ ਤਾਂ ਇਸ ਦਾ ਰਾਈਟ ਆ, ਸਾਡੇ ਕੋਲ ਵੈਲਿਡ ਵੀਜ਼ੇ ਆ, ਅਸੀਂ ਟੈਕਸ ਪੇ ਕਰ ਰਹੇ ਆ, ਸਾਡਾ ਘਰਾਂ ਦੇ ਰੈਂਟ ਜਾ ਰਿਹਾ। ਸਭ ਤੋਂ ਵੱਡੀ ਜਿਹੜੀ ਮੁੱਖ ਮੰਗ ਤੇ ਚਿੰਤਾਜਨਕ ਵਿਸ਼ਾ ਆ, ਨੌਕਰੀ ਸਾਨੂੰ ਤਾਂ ਮਿਲੇਗੀ ਜੇ ਸਾਡੇ ਕੋਲ ਓਰੀਜਨਲ ਡਾਕੂਮੈਂਟ ਹੋਣਗੇ। ਉਹ ਤਾਂ ਸਰਕਾਰ ਨੇ ਪਹਿਲਾਂ ਹੀ ਉੱਥੇ ਸਾਡੇ ਰਖਾਏ ਹੋਏ ਆ। ਸਾਨੂੰ ਕਿਹੜਾ ਸ਼ਖਸ ਆ ਸਾਨੂੰ ਨੌਕਰੀ ਦੇਊਗਾ ਬਿਨਾਂ ਸਰਟੀਫਿਕੇਟਾਂ ਤੋਂ? ਇੰਡੀਆ ਦੇ ਵਿੱਚ ਤਾਂ ਬਰਥ ਸਰਟੀਫਿਕੇਟ ਬਣਾਉਣਾ ਹੋਵੇ ਕਈ ਦਿਨ ਧੱਕੇ ਖਾਣੇ ਪੈਂਦੇ ਆ, ਇਹ ਸਰਟੀਫਿਕੇਟ ਕਿੱਥੋਂ ਲਵਾਂਗੇ? ਇਹ ਸਾਰੇ ਵੀਰ ਦੁੱਖਾਂ ਨਾਲ ਭਰੇ ਆ, ਜਿਹੜੇ ਘਰਾਂ ਤੋਂ ਵੀ ਇੰਨੇ ਕੁ ਜ਼ਿਆਦਾ ਦੁਖੀ ਨੇ ਕਿ ਵਾਰ-ਵਾਰ ਸਟੋਰੀ ਸੁਣਨ ਨੂੰ ਵੀ ਇਹ ਕਰਦਾ ਕਿ ਗੱਲ ਕੀ ਕਰੀਏ ਤੇ ਕਿਹਨੂੰ ਦੱਸੀਏ। ਨਿਊਜ਼ੀਲੈਂਡ ਦੀ ਸਰਕਾਰ ਐਮਬੈਸੀ ਨੂੰ ਤੁਸੀਂ ਅਪਰੋਚ ਕੀਤਾ ਸਾਰਿਆਂ ਨੇ, ਵੱਖ-ਵੱਖ ਇਕੱਠੇ ਹੋ ਕੇ ਵੀ, ਵੱਖ-ਵੱਖ ਵੀ, ਕੀ ਕਿਹਾ ਉਹਨਾਂ ਨੇ? ਕੀ ਤੁਹਾਨੂੰ ਕਿਹਾਗਾ ਮੁੜ ਕੇ ਜਵਾਬ ਕੀ ਆਇਆ ਉਹਨਾਂ ਵੱਲੋਂ? ਪ੍ਰਾਈਮ ਮਿਨਿਸਟਰ ਨਾਲ ਉੱਥੋਂ ਦੀ ਇੱਕ ਸਿੱਖ ਸੁਪਰੀਮ ਸੁਸਾਇਟੀ, ਉਹਦੀ 42 ਮਿੰਟ ਮੀਟਿੰਗ ਚੱਲੀ ਸੀਗੀ, ਜਿਹਦੇ ਵਿੱਚ ਉਹਨਾਂ ਸਾਡੀ ਗੱਲ ਸੁਣੀ। ਉਹਨਾਂ ਨੇ ਉੱਥੋਂ ਦੇ ਨੁਮਾਇੰਦੇ ਸੀ, ਉਹਨਾਂ ਦੀ ਗੱਲ ਸੁਣੀ ਕਿ ਅਸੀਂ ਕੀ ਕਰ ਰਹੇ ਹਾਂ, ਜਲਦੀ ਕਰ ਰਹੇ ਹਾਂ। ਉਹ ਮਿਲ ਕੇ 42 ਮਿੰਟ ਦੀ ਜਦੋਂ ਮੀਟਿੰਗ ਹੋਈ, ਉਸ ਤੋਂ ਬਾਅਦ ਨਾ ਤਾਂ ਸੁਸਾਇਟੀ ਦੀ ਜਾਂ ਤਾਂ ਮੰਨੀ ਨਹੀਂ ਉਹਨਾਂ ਕੋਈ ਗੱਲ, ਜਾਂ ਸਾਨੂੰ ਨਹੀਂ ਦੱਸਿਆ ਵੀ ਕੀ ਹੋ ਰਿਹਾ ਆ, ਜਾਂ ਕਿਉਂਕਿ ਇਹਨਾਂ ਦੀਆਂ ਅਸੀਂ ਇਸ ਟਾਈਮ ਇਸ ਵਿਸ਼ੇ 'ਚ ਫਸੇ ਹਾਂ ਕਿ ਅਸੀਂ ਕਰੀਏ ਕੀ। ਸਾਨੂੰ ਨਾ ਤਾਂ ਅੱਗੋਂ ਦਾ ਪਤਾ ਆ ਨਾ ਪਿੱਛੋਂ ਦਾ ਪਤਾ ਆ, ਕਿਉਂਕਿ ਮਾਸਟਰ ਡਿਗਰੀਆਂ ਕਰਕੇ ਅਸੀਂ ਗਏ ਆ, ਪਹਿਲਾਂ ਪੈਸੇ ਇੱਥੇ ਲਾਏ ਆ, ਫਿਰ ਪੈਸੇ ਉੱਥੇ ਲਾਏ ਆ। ਹੋਰ ਦੱਸੋ ਸਾਡੇ ਲਈ ਬਚਿਆ ਇਸ ਟਾਈਮ ਕੀ ਆ? ਉਹ ਵੀ ਅਸੀਂ ਕਰ ਲਈ ਤਿਆਰ ਆ। ਯੂਥ ਕਿੱਥੇ ਜਾਏਗਾ? ਯੂਥ ਕੋ ਨਾ ਖਾਣ ਲਈ ਰੋਟੀ ਆ। ਯੂਥ ਕਿੱਥੇ ਜਾਏਗਾ? ਬਾਹਰੋਂ ਆਏ ਜ਼ਰੂਰ ਸੀ, ਪਰ ਬਾਹਰ ਦੇ ਵਿੱਚ ਕਿਸੇ ਦਾ ਅਹਿਸਾਨ ਨਹੀਂ ਸੀ। ਅਸੀਂ ਪੈਸੇ ਲਾ ਕੇ, ਕੰਸਲਟੈਂਟਾਂ ਨੇ ਕਿਹਾ ਸੀ ਸਾਨੂੰ 1 ਸਾਲ ਦੀ ਸਟੱਡੀ ਕਰੋ, 3 ਸਾਲ ਦਾ ਤੁਹਾਨੂੰ ਵਰਕ ਪਰਮਿਟ ਦੇਵਾਂਗੇ। ਜਦੋਂ ਵਰਕ ਪਰਮਿਟ ਦਾ ਇਹੀ ਹੁੰਦਾ ਕਿ ਅਸੀਂ ਕੰਮ ਕਰਨ ਦਾ ਅਧਿਕਾਰਤ ਹੁੰਦਾ, ਅਸੀਂ ਅਧਿਕਾਰ ਲਿਆ। ਉਸ ਤੋਂ ਬਾਅਦ ਅਸੀਂ ਇੱਥੇ ਆਏ। ਗੱਲ ਹੋ ਜਾਂਦੀ ਹੈ ਇੱਥੇ ਕਿਉਂ ਆਏ? ਇੱਥੇ ਕੋਈ ਖੁਸ਼ੀ ਦੇ ਵਿਸ਼ੇ 'ਚ ਆਇਆ ਹੁੰਦਾ, ਕੋਈ ਮਾਤਮ ਦੇ ਵਿਸ਼ੇ 'ਚ ਹੋਇਆ ਹੁੰਦਾ। ਵਿਦੇਸ਼ 'ਚੋਂ ਹਰ ਕੋਈ ਆਉਂਦਾ ਹੀ ਆਪਣੇ ਪਰਿਵਾਰਾਂ ਨੂੰ ਮਿਲਣ। ਇਸੇ ਵਿਸ਼ੇ 'ਚ ਅਸੀਂ ਇੱਥੇ ਆਏ ਸੀ, ਪਰ ਸਾਡੇ ਨਾਲ ਇਹ ਬੁਰੇ ਹਾਲਾਤ ਜਿਹੜੇ ਹੋ ਰਹੇ ਆ, ਅਸੀਂ ਇਹਨਾਂ ਦਾ ਜ਼ਿਕਰ ਹੀ ਲੰਬੇ ਸ਼ਬਦਾਂ 'ਚ ਨਹੀਂ ਕਰ ਸਕਦੇ। ਅਸੀਂ ਤਾਂ ਹਰ ਇੱਕ ਨੂੰ ਬੇਨਤੀ ਕਰਦੇ ਹਾਂ ਵੀ ਰਾਜਨੀਤਿਕ ਪੱਖ ਵੀ ਅੱਗੇ ਆਵੇ, ਉੱਥੋਂ ਦੀ ਸਰਕਾਰ ਭਾਈਚਾਰਾ ਵੀ ਅੱਗੇ ਆਵੇ। ਸਾਨੂੰ ਕੁਝ ਕਲੈਰਿਟੀ ਦਿਓ। ਸਾਡੇ ਸਰਟੀਫਿਕੇਟ, ਗੱਡੀਆਂ ਖਰਾਬ ਹੋ ਰਹੀਆਂ ਨੇ, ਉਹਦਾ ਕੋਈ ਹੱਲ ਕਰਕੇ ਸਾਨੂੰ ਜਲਦੀ ਤੋਂ ਜਲਦੀ ਦੱਸਿਆ ਜਾਵੇ। ਇੱਥੇ ਹੋਰ ਵੀ ਗਰੁੱਪ ਦੇ ਮੈਂਬਰ ਮੌਜੂਦ ਨੇ ਜਿਹੜੇ ਪੀੜਤ ਨੇ, ਜਿਹੜੇ ਵਾਪਸ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ ਤੇ ਜਾ ਨਹੀਂ ਸਕਦੇ ਤੇ ਕਰੋਨਾ ਮਹਾਮਾਰੀ ਦੌਰਾਨ ਆਏ ਸੀ। ਹੁਣ ਗੱਲ ਕਰਦੇ ਹਾਂ ਆਪਾਂ ਸਾਰਿਆਂ ਨਾਲ। ਬਾਈ ਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜਗਦੀਪ ਸਿੰਘ। ਤੁਸੀਂ ਕਦੋਂ ਆਏ ਸੀ ਪੰਜਾਬ? ਕੀ ਕਾਰਨ ਹੋਇਆ ਤੇ ਹੁਣ ਕੀ ਤਰਕ ਦੇ ਰਿਹਾ, ਕੀ ਉਹ ਨਹੀਂ ਜਾ ਪਾ ਰਹੇ? ਹਾਂਜੀ, ਮੈਂ ਆਪਣੀ ਫੈਮਿਲੀ ਨਾਲ, ਮੇਰੀ ਵਾਈਫ ਤੇ ਇੱਕ 3 ਮਹੀਨੇ ਦੀ ਗੁੜੀਆ ਸੀ, ਮੇਰੀ ਨਿਊਜ਼ੀਲੈਂਡ ਬੋਰਨ ਗੁੜੀਆ ਸੀ। ਮੈਂ ਉਸ ਨੂੰ ਆਪਣੇ ਪਰਿਵਾਰ ਨੂੰ ਮਿਲਾਉਣ ਆਇਆ ਸੀ। ਇਹ ਫਰਵਰੀ 2020 ਦੇ ਵਿੱਚ ਆਇਆ ਸੀ, ਸਿਰਫ 1 ਮਹੀਨੇ ਲਈ। ਤੇ 19 ਮਾਰਚ 2020 ਨੂੰ ਨਿਊਜ਼ੀਲੈਂਡ ਦੀ ਗਵਰਨਮੈਂਟ ਨੇ ਵਿਦਆਊਟ ਐਨੀ ਨੋਟਿਸ, ਬਿਨਾਂ ਕਿਸੇ ਨੋਟਿਸ ਤੋਂ ਆਪਣਾ ਬਾਰਡਰ ਬੰਦ ਕਰਤਾ ਟੈਂਪਰੇਰੀ ਵੀਜ਼ਾ ਹੋਲਡਰ ਵਾਸਤੇ, ਕਿਉਂਕਿ ਅਸੀਂ ਉੱਥੋਂ ਦੇ ਪੱਕੇ ਨਹੀਂ ਗਏ। ਤੇ ਸਾਨੂੰ ਅਜੇ ਤੱਕ ਕੋਈ ਉਹਨਾਂ ਵੱਲੋਂ ਰਿਸਪੌਂਸ ਨਹੀਂ ਮਿਲਿਆ, ਕੋਈ ਵੀ ਅਸ਼ੋਰੈਂਸ ਨਹੀਂ ਮਿਲੀ। ਪਰ ਤੁਹਾਡੀ ਬੇਟੀ ਤਾਂ ਉੱਥੇ ਦੀ ਨਿਊਜ਼ੀਲੈਂਡ ਬੋਰਨ ਹੈਗੀ ਹੈ, ਤਾਂ ਉਹਦੇ ਕੋਈ ਰਾਈਟਸ ਨਹੀਂ? ਉਹਦੇ ਆਧਾਰ ਤੇ ਨਹੀਂ ਤੁਹਾਨੂੰ ਵਾਪਸ ਜਾ ਸਕਦੇ? ਹਾਂਜੀ, ਮੈਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਨਾਲ ਵੀ ਕੰਟੈਕਟ ਕੀਤਾ ਸੀ ਵੀ ਮੇਰੀ ਬੇਟੀ ਬੋਰਨ ਆ, ਉਹਦਾ ਵੈਕਸੀਨੇਸ਼ਨ ਲੱਗਦੀਆਂ ਨੇ ਜਾਂ ਉਹਨੂੰ ਇੱਥੇ ਡਾਈਟ ਨਹੀਂ ਮਿਲ ਰਹੀ, ਉਹ ਚੀਜ਼, ਮੌਸਮ, ਤਾਂ ਬਟ ਉਹਨਾਂ ਨੇ ਮੇਰੀ ਡਿਕਲਾਈਨ ਕਰਤੀ, ਰਿਕੁਐਸਟ ਨੂੰ ਡਿਕਲਾਈਨ ਕਰਤਾ, ਤਾਂ ਮੈਂ ਨਹੀਂ ਜਾ ਸਕਿਆ। 7 ਤੋਂ 8 ਵਾਰੀ ਮੈਂ ਰਿਕੁਐਸਟ ਕੀਤੀ ਆ। ਤੇ ਹੁਣ ਉਰੇ ਕਿਵੇਂ ਗੁਜ਼ਾਰਾ ਹੋ ਰਿਹਾ ਹੈਗਾ? ਹੁਣ ਪਰਿਵਾਰ, ਤੁਸੀਂ ਕੀ ਕਰ ਰਹੇ ਹੋ? ਤੁਹਾਡੇ ਪਰਿਵਾਰਕ ਮੈਂਬਰ ਕੀ ਕਰ ਰਹੇ ਆ? ਮੇਰੇ ਫਾਦਰ ਰਿਟਾਇਰਡ ਨੇ ਜੀ, ਕੁਛ ਨਹੀਂ ਕਰ ਰਿਹਾ ਮੈਂ, ਬਸ ਜੋ ਸੇਵਿੰਗ ਸੀ ਉਹ ਵੀ ਹੁਣ ਐਟ ਦੀ ਐਂਡ ਖਤਮ ਹੋ ਚੁੱਕੀ ਹੈ। ਬਹੁਤ ਜ਼ਿਆਦਾ ਔਖੇ ਹਾਂ ਅਸੀਂ। ਤੇ ਉੱਥੇ ਕੀ ਉੱਥੇ ਵੀ ਕੋਈ ਕਿਸ਼ਤ ਵਗੈਰਾ ਚੱਲ ਰਹੀ ਸੀਗੀ? ਉੱਥੇ ਵੀ ਕੋਈ ਘਰ ਵਗੈਰਾ ਲਿਆ ਹੋਇਆ ਸੀ? ਉੱਥੇ ਵੀ ਲੋਨ ਲਿਆ ਹੋਇਆ? ਹਾਂਜੀ, ਉੱਥੇ ਮੈਂ ਘਰ ਲਿਆ ਹੋਇਆ ਸੀ, 5 ਬੈਡਰੂਮ ਮੇਰਾ ਘਰ ਸੀ। ਤੇ ਉਹਦਾ ਰੈਂਟ ਮੈਂ 6 ਮਹੀਨੇ ਬਿਨਾਂ ਇਨਕਮ ਤੋਂ ਰੈਂਟ ਦਿੰਦਾ ਰਿਹਾ। ਮੇਰਾ ਸਾਰਾ ਸਮਾਨ ਉੱਥੇ ਪਿਆ, ਫਿਰ ਨਹੀਂ ਮੈਂ ਅਫੋਰਡ ਕਰ ਸਕਿਆ ਤਾਂ ਉਹ ਆਪਣਾ ਸਮਾਨ ਕਿਸੇ ਦੇ ਘਰੇ ਰੱਖਿਆ, ਉਹ ਖਰਾਬ ਹੋ ਰਿਹਾ। ਮੇਰੀ ਗੱਡੀ ਖਰਾਬ ਹੋ ਚੁੱਕੀ ਆ ਤੇ ਅਜੇ ਵੀ ਕਿਸ਼ਤਾਂ ਅਸੀਂ ਭਰ ਰਹੇ ਹਾਂ ਗੱਡੀ ਦੀਆਂ, ਮੋਬਾਈਲ ਦੀਆਂ। ਬਾਈ ਜੀ ਨਾਲ ਗੱਲ ਕਰਦੇ ਹਾਂ। ਬਾਈ ਜੀ ਨਾਲ ਗੱਲ ਕਰਦੇ ਹਾਂ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਗਗਨਦੀਪ ਸਿੰਘ ਹੈ ਜੀ। ਤੁਸੀਂ ਕਦੋਂ ਆਏ ਪੰਜਾਬ? ਕੀ ਕਾਰਨ ਰਿਹਾ ਤੇ ਹੁਣ ਕੀ ਅੰਬੈਸੀ ਵੱਲੋਂ, ਨਿਊਜ਼ੀਲੈਂਡ ਵੱਲੋਂ ਕਿਹਾ ਜਾ ਰਿਹਾ? ਮੈਂ ਪਿਛਲੇ ਸਾਲ ਮਾਰਚ 'ਚ ਹੀ ਆਇਆ ਸੀਗਾ, 20 ਦਿਨਾਂ ਲਈ ਆਇਆ ਸੀਗਾ। ਅਤੇ ਮੈਂ ਵੈਸੇ ਹੀ ਆਪਣੀ ਫੈਮਿਲੀ ਨੂੰ ਮਿਲਣ ਆਇਆ ਸੀਗਾ। ਅਤੇ ਅਸੀਂ ਬਹੁਤ ਰਿਕੁਐਸਟ ਕੀਤੀ ਹੈ ਗਵਰਨਮੈਂਟ ਦੀ, ਨਿਊਜ਼ੀਲੈਂਡ ਗਵਰਨਮੈਂਟ ਦੀ, ਲੇਬਰ ਗਵਰਨਮੈਂਟ ਦੀ, ਕਿ ਸਾਨੂੰ ਪਲੀਜ਼ ਬੁਲਾਇਆ ਜਾਏ। ਈਵਨ ਦੋ ਵੀ ਆਰ ਆਲ ਵੈਕਸੀਨੇਟਿਡ, ਸਾਰੇ ਵੈਕਸੀਨ ਲੱਗੇ ਹੋਏ ਨੇ ਸਾਰਿਆਂ ਨੂੰ, ਫਿਰ ਵੀ ਗਵਰਨਮੈਂਟ ਸਾਡੇ ਲਈ ਕੁਛ ਨਹੀਂ ਕਰ ਰਹੀ।
ਅਸੀਂ ਸਾਰੇ ਹਰ ਹਫਤੇ ਪੇ ਕਰ ਰਹੇ ਹਾਂ, ਇੰਸਟਾਲਮੈਂਟਸ ਪੇ ਕਰ ਰਹੇ ਹਾਂ, ਗੱਡੀਆਂ ਦੀ ਇੰਸ਼ੋਰੈਂਸਾਂ ਪੇ ਹੋ ਰਹੀਆਂ ਨੇ। ਸਾਨੂੰ ਇਨਕਮ ਕੋਈ ਹੈ ਨਹੀਂ ਹੈ, ਹੁਣ ਤਾਂ ਕੁਝ ਵੀ ਨਹੀਂ ਰਿਹਾ ਸਾਡੇ ਕੋਲ। ਤੁਹਾਡੇ ਕੋਲੇ ਉੱਥੇ ਕੀ ਵਰਕ ਪਰਮਿਟ ਹੈ, ਪੀਆਰ ਹੋ, ਕੀ ਹੋ? ਮੈਂ ਵਰਕ ਪਰਮਿਟ ਤੇ ਹਾਂ ਫਿਲਹਾਲ ਹਜੇ ਇਸ ਟਾਈਮ। ਉੱਥੇ ਵੀ ਲੋਨ ਵਗੈਰਾ ਲਿਆ ਹੋਇਆ ਘਰ ਵਾਸਤੇ? ਲੋਨ ਲਿੱਤਾ ਹੋਇਆ, ਮੇਰੇ ਸਟੱਡੀ ਲੋਨ ਸੀਗਾ, ਮੈਂ ਹੁਣ ਲੋਨ ਪੇ ਕਰ ਰਿਹਾ। ਹੁਣ ਕੀ ਕਰਾਂ, ਹੁਣ ਸਾਰੇ ਡਾਕੂਮੈਂਟਸ ਉੱਥੇ ਪਏ ਨੇ, ਸਾਡੇ ਵੈਲਿਡ ਡਾਕੂਮੈਂਟਸ ਜਿੰਨੇ ਵੀ ਸਕੂਲ ਦੇ, ਕਾਲਜਿਸ ਦੇ, ਡਿਗਰੀ ਦੇ ਉੱਥੇ ਪਏ ਨੇ। ਹੁਣ ਇੱਥੇ ਕੋਈ ਸਾਨੂੰ ਨੌਕਰੀ ਵੀ ਨਹੀਂ ਦਿੰਦਾ, ਯੂਥ ਇੱਥੇ ਫ੍ਰੀ ਘੁੰਮ ਰਿਹਾ। ਹੁਣ ਅਸੀਂ ਫਿਰ ਕੀ ਕਰੀਏ? ਦੂਜੇ ਰਾਹ ਹੀ ਜਾਏਗਾ ਯੂਥ, ਤਾਂ ਨਸ਼ੇ 'ਚ ਜਾਏਗਾ ਜਾਂ ਕਿਸੇ 'ਚ ਜਾਏਗਾ। ਯੂਥ ਦਾ ਕੋਈ ਹੈ ਹੀ ਨਹੀਂ ਕੋਈ। ਸੋ ਉਰੇ ਤੁਸੀਂ ਨੌਕਰੀ ਦੀ ਟਰਾਈ ਕੀਤੀ ਕਿ ਹੁਣ ਇੱਥੇ ਗੁਜ਼ਾਰਾ ਕਿਵੇਂ ਚੱਲ ਰਿਹਾ? ਨੌਕਰੀ ਲਈ ਜਾਂਦੇ ਹਾਂ, ਪਹਿਲਾਂ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਜੋ ਤੁਹਾਡੇ ਕੋਲ ਵੈਲਿਡ ਡਾਕੂਮੈਂਟਸ ਹੀ ਨਹੀਂ ਹੈ, ਤੁਹਾਨੂੰ ਤੁਸੀਂ ਕਿਵੇਂ ਜਾਓਗੇ? ਰਿਜ਼ਿਊਮ ਦੇ ਵਿੱਚ ਕੀ ਲਿਖੋਗੇ ਕਿ ਮੇਰੇ ਡਾਕੂਮੈਂਟਸ ਉੱਥੇ ਰਹਿ ਗਏ ਨੇ? ਸੋ ਕਲੀਅਰਲੀ ਹੋ ਜਾਂਦਾ ਕਿ ਇਹ ਤਾਂ ਬਸ 2-3 ਮਹੀਨੇ ਕੰਮ ਕਰੇਗਾ, ਜਦ ਇਹਦੀ ਫਲਾਈਟਸ ਬੈਕ ਹੋਣਗੀਆਂ ਇਹ ਫਲਾਈ ਕਰ ਜਾਏਗਾ। ਸੋ ਇਹ ਪ੍ਰੋਬਲਮ ਬਹੁਤ ਆ ਰਹੀ ਹੈ ਸਾਨੂੰ। ਤੁਸੀਂ ਇੰਡੀਵਿਜੂਅਲ ਲੈਵਲ ਤੇ ਆਪਣਾ ਕੇਸ ਟੇਕ ਅਪ ਕੀਤਾ ਐਮਬੈਸੀ ਨਾਲ, ਉਹਨਾਂ ਦਾ ਕੀ ਜਵਾਬ ਆਇਆ ਤੁਹਾਨੂੰ? ਉਹਨਾਂ ਨੇ $40 ਲੈਂਦੇ ਨੇ ਉਹ ਐਗਜ਼ੈਂਪਸ਼ਨ ਦਾ ਫਾਈਲ ਲੈਣ ਲਈ, ਤਕਰੀਬਨ 2000-2500 ਰੁਪਏ ਲੈਂਦੇ ਨੇ। ਉਹ ਡਿਕਲਾਈਨ ਹੋ ਜਾਂਦਾ। ਤੁਸੀਂ ਜਿੰਨੀ ਵਾਰ ਭਰੋਗੇ ਕੁਛ ਨਾ ਕੁਛ ਰੀਜ਼ਨ ਪਾਓਗੇ, ਉਹਨਾਂ ਡਿਕਲਾਈਨ ਕਰਨਗੇ। ਅਸੀਂ ਹਿਊਮੈਨਿਟੀ ਤੇ ਵੀ ਪਾਇਆ ਕਿ ਅਸੀਂ ਰੈਂਟ ਪੇ ਕਰ ਰਹੇ ਹਾਂ, ਕਾਰ ਦੀ ਇੰਸਟਾਲਮੈਂਟ ਦੇ ਰਹੇ ਹਾਂ, $40 ਲੈ ਲੈਂਦੇ ਨੇ, ਫਿਰ ਡਿਕਲਾਈਨ ਕਰ ਦਿੰਦੇ ਨੇ। ਇਮੀਡੀਏਟ ਜਾਂ ਕਰੋਨਾ ਦਾ ਕਹਿ ਲਓ, ਕਰੋਨਾ ਦਾ ਅਸਰ ਹੈ ਕਿ ਉਹਨਾਂ ਨੇ ਪਾਲਿਸੀ ਚੇਂਜ ਲੈ ਕੇ ਆਏ ਹੈ, ਕੀ ਗੱਲ ਹੋਈ ਹੈ? ਕੁਛ ਤਾਂ ਤੁਸੀਂ ਆਪਣੇ ਲੈਵਲ ਤੇ ਪਤਾ ਕੀਤਾ? ਇਹ ਕਰੋਨਾ ਦਾ ਅਸਰ ਦੇ ਨਾਲ ਇਹ ਇੱਕ ਮੈਨੂੰ ਤਾਂ ਲੱਗਦਾ ਕਿ ਰੇਸਿਜ਼ਮ ਤੇ ਬਹੁਤ ਜ਼ਿਆਦਾ ਚੱਲ ਰਹੇ ਨੇ। ਇਹ ਕੰਟਰੀ ਬਹੁਤ ਰੇਸਿਜ਼ਮ, ਗਵਰਨਮੈਂਟ ਹੈ ਜਿਹੜੀ ਉਹ ਰੇਸਿਜ਼ਮ ਨੂੰ ਬਹੁਤ ਜ਼ਿਆਦਾ ਕਰ ਰਹੀ ਹੈ, ਫੋਲੋ ਕਰ ਰਹੀ ਹੈ। ਕਿਉਂਕਿ ਬਹੁਤ ਜ਼ਿਆਦਾ ਜਿਵੇਂ ਅਮਰੀਕਨਸ ਨੇ, ਇੰਗਲੈਂਡ ਤੋਂ ਜਾ ਰਹੇ ਨੇ ਲੋਕ, ਟਰੈਵਲ ਕਰ ਰਹੇ ਨੇ, ਬਟ ਜਿਹੜੇ ਇੰਡੀਅਨਸ ਤੋਂ ਨੇ, ਜਿਹੜੇ ਬਰਾਊਨ ਪੀਪਲ ਨੇ, ਮੈਨੂੰ ਲੱਗਦਾ ਉਹਨਾਂ ਨੂੰ ਜ਼ਿਆਦਾ ਅਸਰ ਦਿਖਾ ਰਹੀ ਹੈ ਕਿ ਤੁਸੀਂ ਸਟੇ ਅਵੇ ਰਹੋ। ਬਈ ਤੁਸੀਂ ਆਪਦਾ ਜਿਹੜਾ ਕੇਸ ਹੈ ਇੱਥੇ ਲੋਕਲ ਲੈਵਲ ਤੇ ਕਿਹਦੇ ਕੋਲ ਲੈ ਕੇ ਗਏ ਸੀਗੇ? ਕੋਈ ਪੋਲੀਟੀਕਲ ਬੰਦੇ ਨੂੰ ਅਪਰੋਚ ਕੀਤੀ? ਕਿਹਨੂੰ ਅਪਰੋਚ ਕੀਤੀ? ਜੀ ਅਸੀਂ ਸਾਰਿਆਂ ਨੇ ਬੜੇ ਪੋਲੀਟੀਕਲ ਬੰਦਿਆਂ ਨਾਲ ਅਪਰੋਚ ਕੀਤੀ ਆ, ਪਰ ਚਲੋ ਵੀ ਦੱਸਿਆ ਵਾ, ਭਾਜੀ ਨੇ ਵੀ ਦੱਸਿਆ ਵੀ ਅਸੀਂ ਦਰਬਾਰ ਸਾਹਿਬ ਵੀ ਗਾਂਧੀ ਸਾਹਿਬ ਨਾਲ ਗੱਲ ਕੀਤੀ ਆ। ਉਹਨਾਂ ਨੇ ਸੁਪਰੀਮ ਸਿੱਖ ਸੁਸਾਇਟੀ ਆ ਜਿਹੜੀ ਉੱਥੇ ਉਹਨਾਂ ਨਾਲ ਗੱਲ ਕੀਤੀ ਸੀ, ਤੇ ਬਟ ਸਾਨੂੰ ਹਲੇ ਤੱਕ ਕੋਈ ਨਤੀਜਾ ਨਹੀਂ ਮਿਲਿਆ। ਅਸੀਂ ਤੁਹਾਡੇ ਰਾਹੀਂ ਇੱਕੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਉੱਥੋਂ ਸਿੱਖ ਕਮਿਊਨਿਟੀ ਨਾਲ ਵੀ ਸਾਡੀ ਗੱਲ ਸੁਣੀ ਜਾਵੇ। ਤੁਸੀਂ ਮਤਲਬ ਕਿ ਗੌਰਮੈਂਟ ਨੂੰ ਅਪਰੋਚ ਕਰੋ, ਕਿਉਂਕਿ ਸਿੱਖ ਕਮਿਊਨਿਟੀ ਨੇ ਉੱਥੇ ਨਿਊਜ਼ੀਲੈਂਡ ਲਈ ਬਹੁਤ ਕੁਝ ਕੀਤਾ ਹੈ। ਕੋਵਿਡ ਦੇ ਸਮੇਂ ਦੌਰਾਨ ਵੀ, ਉੱਦਾਂ ਵੀ ਜੇ ਕੁਝ ਟੋਰਨੇਡੋ ਜਾਂ ਕੁਝ ਆਉਂਦਾ, ਇਹੋ ਜਿਹੀ ਸਿਚੁਏਸ਼ਨ ਹੁੰਦੀ ਆ, ਤੇ ਫਿਰ ਅਸੀਂ ਅੱਗੇ ਜੇ ਸਾਡੀ ਨਹੀਂ ਕੋਈ ਸੁਣਦਾ ਤੇ ਅਸੀਂ ਨੈਕਸਟ ਅੱਗੇ ਹੰਗਰ ਸਟ੍ਰਾਈਕ ਤੇ ਜਾ ਰਹੇ ਹਾਂ। ਦਿੱਲੀ ਨਿਊਜ਼ੀਲੈਂਡ ਹਾਈ ਕਮਿਸ਼ਨ ਦੇ ਅੱਗੇ ਬੈਠਾਂਗੇ ਹੰਗਰ ਸਟ੍ਰਾਈਕ ਤੇ। ਅਗਰ ਉੱਥੇ ਕੋਈ ਮਿਸ ਹੈਪਨਿੰਗ ਹੁੰਦੀ ਆ ਤੇ ਉਹਦਾ ਬਿਲਕੁਲ ਰਿਸਪੌਂਸਿਬਿਲਟੀ ਅਸੀਂ ਨਿਊਜ਼ੀਲੈਂਡ ਗੌਰਮੈਂਟ ਨੂੰ ਦਿੰਦੇ ਹਾਂ, ਤੇ ਉੱਥੇ ਬੈਠੇ ਭਾਈਚਾਰੇ ਨੂੰ ਵੀ ਸਾਡੀ ਸੁਣਨੀ ਚਾਹੀਦੀ ਆ, ਉਹ ਵੀ ਰਿਸਪੌਂਸਿਬਲ ਹੋਏਗੀ ਇਹਦੇ ਵਿੱਚ। ਤੁਸੀਂ ਨਿਊਜ਼ੀਲੈਂਡ ਕਿੱਥੇ ਰਹਿੰਦੇ ਸੀ? ਤੁਹਾਡਾ ਵਰਕ ਪਰਮਿਟ ਹੈ, ਸਟੂਡੈਂਟ ਲੋਨ ਤੇ ਗਏ ਹੋ, ਕੀ ਉੱਥੇ ਤੁਹਾਡੇ ਲੋਨ ਵੀ ਚੱਲ ਰਿਹਾ ਕੋਈ? ਤੁਸੀਂ ਘਰ ਵਗੈਰਾ ਲਿਆ, ਕਿਸ਼ਤਾਂ ਪੇ ਕਰ ਰਹੇ ਹੋ ਇੱਥੇ ਬੈਠੇ? ਮੈਂ ਗਿਆ ਸੀ ਨਿਊਜ਼ੀਲੈਂਡ 2018 ਚ ਆਫਟਰ ਕੰਪਲੀਸ਼ਨ ਆਫ ਸਟੱਡੀ। ਮੈਂ ਮਤਲਬ ਕਿ ਲਾਸਟ ਈਅਰ ਫੈਬ ਚ ਆ ਗਿਆ ਸੀ, ਤੇ ਮੇਰਾ ਹਲੇ ਲੋਨ ਦੀ ਕੋਈ ਵੀ ਪ੍ਰੀਮੀਅਮ ਅਮਾਊਂਟ ਦੇਣਾ ਸੀ। ਲੋਨ ਦਾ ਹਲੇ ਕੁਝ ਵੀ ਨਹੀਂ ਲੱਥਿਆ ਸੀ। ਲੋਨ ਮੇਰਾ 15 ਲੱਖ ਲੋਨ ਲਿਆ ਸੀ, ਅੱਜ ਤੱਕ ਮੈਂ ਉਹਦਾ ਪ੍ਰੀਮੀਅਮ ਪੇ ਕਰ ਰਿਹਾ ਵਾਂ। ਤੇ ਮਤਲਬ ਕਿ ਕਾਫੀ ਹਾਰਡ ਸਿਚੁਏਸ਼ਨ ਆ, ਦੱਸ ਨਹੀਂ ਸਕਦਾ। ਮੈਂ ਆਇਆ ਸੀ ਵੀ ਮੇਰੇ ਦਾਦਾ ਜੀ ਦੀ ਸਿਚੁਏਸ਼ਨ ਕ੍ਰਿਟੀਕਲ ਸੀ, ਉਹਨਾਂ ਕੋਲ ਆਇਆ ਸੀ, ਅਚਾਨਕ ਆਉਣਾ ਪਿਆ। ਤੇ ਅਨਸਰਟ ਇੱਥੇ ਦੇ ਰਹਿਣ ਵਾਲੇ ਹੋ? ਮੈਂ ਅੰਮ੍ਰਿਤਸਰ ਦਾ, ਜੰਡਿਆਲਾ ਗੁਰੂ। ਹਾਂਜੀ। ਤੁਸੀਂ ਗਏ ਕਦੋਂ ਸੀ ਨਿਊਜ਼ੀਲੈਂਡ? ਮੈਂ ਗਿਆ ਸੀ 2018 ਚ। ਹਾਂਜੀ। ਤੇ ਇਹੋ ਕਹਿ ਸਕਦੇ ਆ ਵੀ ਸਿਚੁਏਸ਼ਨ ਇਹੋ ਜਿਹੀ ਹੋ ਚੁੱਕੀ ਆ, ਮਾਪੇ ਵੀ ਵੇਂਦੇ ਆ ਵੀ ਬੱਚੇ ਸਾਡੇ ਮਤਲਬ ਕਿ ਜੰਗ ਨੇ, ਪੜ੍ਹੇ ਲਿਖੇ ਨੇ, ਬੇਰੁਜ਼ਗਾਰ ਨੇ, ਉਹਨਾਂ ਦੀਆਂ ਵੀ ਟੈਨਸ਼ਨਾਂ ਵੱਧ ਰਹੀਆਂ ਨੇ, ਤੇ ਸਾਡੀ ਵੀ ਟੈਨਸ਼ਨ ਮਤਲਬ ਕਿ ਦਿਨੋਂ ਦਿਨ ਵੱਧ ਰਹੀ ਆ। ਈਵਨ ਕਿ ਸਾਡੇ ਕੁਝ ਮੈਂਬਰਸ ਆ ਜਿਨ੍ਹਾਂ ਨੇ ਮਤਲਬ ਕਿ ਸੁਸਾਈਡ ਕਰਨ ਦਾ ਵੀ ਸੋਚਦੇ ਆ। ਅਸੀਂ ਬੜਾ ਉਹਨਾਂ ਨੂੰ ਕਹੀਦਾ ਵੀ ਨਹੀਂ, ਇੱਦਾਂ ਨਹੀਂ ਕਰਨਾ, ਬਟ ਸਾਨੂੰ ਲੱਗਦਾ ਜੇ ਆਉਣ ਵਾਲੇ ਸਮੇਂ 'ਚ ਨਾ ਕੁਝ ਗੌਰਮੈਂਟ ਨੇ ਸੁਣੀ ਤੇ ਕੁਝ ਇਹੋ ਜਿਹੀ ਮਿਸ ਹੈਪਨਿੰਗ ਹੋ ਜਾਏਗੀ ਜਿਹਦੇ ਕਰਕੇ ਮਤਲਬ ਕਿ ਉੱਥੋਂ ਦੀ ਸਿੱਖ ਕਮਿਊਨਿਟੀ, ਕਿਉਂਕਿ ਪਰਿਵਾਰ ਹੀ ਹੁੰਦਾ ਵਾ, ਇੱਕ ਸਿੱਖ ਕਮਿਊਨਿਟੀ ਇੱਕ ਪਰਿਵਾਰ ਹੀ ਆ, ਤੇ ਉੱਥੋਂ ਦੀ ਗੌਰਮੈਂਟ ਇਸ ਤੇ ਰਿਸਪੌਂਸਿਬਿਲਟੀ ਹੋਏਗੀ। ਪੰਜਾਬ ਸਰਕਾਰ ਤਾਂ ਉਰੇ ਦਾਅਵਾ ਕਰ ਰਹੀ ਹੈ ਵੀ ਘਰ ਘਰ ਰੋਜ਼ਗਾਰ ਦਿੱਤਾ, ਅਸੀਂ ਘਰ ਘਰ ਨੌਕਰੀਆਂ ਦਿੱਤੀਆਂ ਤੁਹਾਨੂੰ। ਉਰੇ ਦੀ ਕੰਡੀਸ਼ਨ ਕਿਵੇਂ ਲੱਗਦੀ? ਉਰੇ ਨੌਕਰੀਆਂ ਨਹੀਂ ਮਿਲ ਰਹੀਆਂ? ਉਹ ਭਾਜੀ ਉਹ ਗੱਲਾਂ ਹੀ ਆ, ਕਿੱਥੇ ਰੁਜ਼ਗਾਰ ਮਿਲਦਾ ਦੱਸੋ? ਮਤਲਬ ਕਿ ਅਸੀਂ ਇੱਥੇ ਹੁਣ ਜੇ ਅਸੀਂ ਮਤਲਬ ਕਿ 50 ਜਾਣੇ ਆ, ਵਿੱਚੋਂ 30 ਜਾਣੇ ਜਿਨ੍ਹਾਂ ਨੇ ਮਾਸਟਰ ਡਿਗਰੀ ਇੱਥੇ ਕਰਕੇ ਫਿਰ ਉੱਥੇ ਡਿਪਲੋਮਾ ਕੀਤਾ, ਠੀਕ ਆ, ਤੇ ਕੀ ਜੇ ਇੱਥੇ ਮਿਲਦੀ, ਅਸੀਂ ਸਾਡਾ ਨਹੀਂ ਜੀ ਕਰਦਾ ਸੀ ਅਸੀਂ ਆਪਣੇ ਘਰਦਿਆਂ ਕੋਲ ਰਹਿ ਕੇ ਰਹੀਏ, ਆਪਣੇ ਘਰ ਰਹੀਏ, ਕਿਉਂ ਉੱਥੇ ਧੱਕੇ ਖਾਈਏ? ਰੁਜ਼ਗਾਰ ਇੱਥੇ ਤਾਂ ਮਤਲਬ ਕਿ ਗੌਰਮੈਂਟ ਤੁਹਾਨੂੰ ਪਤਾ ਹੀ ਆ ਵੀ ਕੁਝ ਨਹੀਂ ਕਰ ਰਹੀ। ਇੱਥੋਂ ਦੀ ਗੌਰਮੈਂਟ ਨਾਲ ਤਾਂ ਨਾਂ ਹੀ ਨਹੀਂ ਲੈਣਾ, ਬਟ ਜੇ ਆਪਾਂ ਕਹੀਏ ਗੋਰਿਆਂ ਦੀ ਗੌਰਮੈਂਟ ਬੜੀ ਵਧੀਆ ਹੁੰਦੀ ਆ, ਉਹਨਾਂ ਦਾ ਵੀ ਇਹੋ ਹੀ ਹਾਲ ਆ। ਬੜੇ ਉਮੀਦਾਂ ਲੈ ਕੇ ਜਾਈਦਾ ਵਾ, ਪਰ ਉਹ ਵੀ ਸੇਮ ਸਿਚੁਏਸ਼ਨ 'ਚ। ਤੁਹਾਨੂੰ ਪਤਾ ਲੱਗ ਗਿਆ ਉੱਥੇ ਵੀ ਇਹੀ ਹਾਲ ਆ, ਉੱਥੇ ਵੀ ਕੋਈ ਸੁਣਵਾਈ ਨਹੀਂ, ਫਿਰ ਵਾਪਸ ਜਾਣਾ ਕਿਉਂ ਹੈ?
ਫਿਰ ਪੰਜਾਬ 'ਚ ਕਿਉਂ ਨਹੀਂ ਰਹਿੰਦੇ? ਇੱਕ ਇੱਕ ਚੀਜ਼ ਹੈਗੀ ਆ, ਜੇ ਉੱਥੇ ਆ ਜੋਬ ਅਵੇਲੇਬਿਲਟੀ ਹੈਗੀ ਆ, ਸਾਨੂੰ ਇਹ ਪਤਾ ਵਾ ਵੀ ਅਸੀਂ ਮਤਲਬ ਕਿ ਵੈਲਿਡ ਵੀਜ਼ਾ ਜਿੰਨਾ ਤਾਂ ਸਾਡੇ ਕੋਲ ਵੀਜ਼ਾ ਵਾ 2 ਸਾਲ ਦਾ ਵੀਜ਼ਾ ਕਮਾਈ ਕਰਾਂਗੇ, ਆਪਣਾ ਆਪਣਾ ਮਤਲਬ ਕਿ ਸਟੈਂਡ ਹੋਵਾਂਗੇ ਫਰਦਰ। ਜੇ ਆਪਾਂ ਨੂੰ ਜੋਬ ਕਰਦੇ ਆ ਸਾਨੂੰ ਐਸੈਂਸ਼ੀਅਲ ਵੀਜ਼ਾ ਮਿਲਦਾ ਵਾ, ਮਤਲਬ ਫਿਊਚਰ ਹੈਗਾ ਵਾ। ਅਸੀਂ ਇਸ ਲਈ ਉੱਥੇ ਜਾਣਾ ਚਾਹੁੰਦੇ ਆ, ਇੱਕ ਸਟੱਡੀ ਮਤਲਬ ਕਿ ਉਹ ਸੁਪਨੇ ਲੈ ਕੇ ਗਏ ਹਾਂ ਵੀ, ਪਰ ਸਾਨੂੰ ਇਹ ਨਹੀਂ ਨਾ ਪਤਾ ਸੀ ਵੀ, ਪਤਾ ਥੋੜ੍ਹਾ ਹੁੰਦਾ ਵੀ ਕੱਲ੍ਹ ਨੂੰ ਇਹ ਹੋ ਜਾਣਾ ਵਾ। ਠੀਕ ਆ, ਹੁਣ ਜੋ ਗੌਰਮੈਂਟ ਸਾਡੇ ਨਾਲ ਕਰ ਰਹੀ ਹੈ, ਕੰਟਰੀ ਨਹੀਂ ਮਾੜੀ, ਉੱਥੋਂ ਦੀ ਗੌਰਮੈਂਟ ਮਾੜੀ ਹੈ। ਜੋ ਪੋਲਿਸੀਜ਼ ਲੈ ਰਹੀ ਹੈ ਦਿਨੋਂ ਦਿਨ, ਜਦ ਅਸੀਂ ਗਏ ਸੀ ਉਦੋਂ ਪੋਲਿਸੀਜ਼ ਬਹੁਤ ਵਧੀਆ ਸੀ, ਬਟ ਹੁਣ ਦਿਨੋਂ ਦਿਨ ਪੋਲਿਸੀਜ਼ ਬਹੁਤ ਹਾਰਡ ਕਰੀ ਜਾ ਰਹੀ ਆ, ਤੇ ਗੌਰਮੈਂਟ ਮਤਲਬ ਕਿ ਮਾਈਗ੍ਰੈਂਟਸ ਦੀ ਜਿਹਨਾਂ ਦੇ ਨਾ ਵੀ ਖੂਨ ਪੀ ਰਹੀ ਆ ਹੁਣ ਤੇ। ਤੁਹਾਡਾ ਵੀਜ਼ਾ ਕਦੋਂ ਐਕਸਪਾਇਰ ਹੋਣਾ? ਸਟੂਡੈਂਟ ਵੀਜ਼ਾ ਨਾ ਤੁਹਾਡਾ? ਮੇਰਾ ਓਪਨ ਵਰਕ ਵੀਜ਼ਾ ਹੈ, ਤੇ ਮੇਰਾ ਵੀਜ਼ਾ ਆਹ ਸਾਲ ਦੇ ਐਂਡ 'ਚ ਐਕਸਪਾਇਰ ਹੋ ਜਾਣਾ ਹੈ। ਹਾਂਜੀ, ਤੇ ਸਾਡੀ ਇੱਕੋ ਡਿਮਾਂਡ ਆ ਬਸ ਵੀ ਸਾਡਾ ਵੀਜ਼ਾ ਜਿੰਨਾ ਇੱਥੇ ਲੋਸਟ ਹੋ ਗਿਆ ਵਾ, ਉਹ ਵੀਜ਼ਾ ਐਕਸਟੈਂਡ ਕਰੋ ਤੇ ਸਾਨੂੰ ਛੇਤੀ ਤੋਂ ਛੇਤੀ ਬੁਲਾਓ। ਹਾਂਜੀ ਬਾਈ ਜੀ, ਤੁਹਾਡਾ ਕੀ ਨਾਮ ਹੈ? ਤੁਸੀਂ ਕਿੱਥੇ ਰਹਿਣ ਵਾਲੇ ਹੋ? ਭਾਜੀ ਮੇਰਾ ਨਾਮ ਮਨਜੀਤ ਸਿੰਘ ਆ ਤੇ ਮੈਂ ਤਰਨਤਾਰਨ ਸ਼ਹਿਰ ਦਾ ਰਹਿਣ ਵਾਲਾ। ਤੁਸੀਂ ਕਦੋਂ ਗਏ ਸੀ ਨਿਊਜ਼ੀਲੈਂਡ? ਮੈਂ ਭਾਜੀ ਫਰਵਰੀ 2016 ਚ ਗਿਆ ਸੀ ਨਿਊਜ਼ੀਲੈਂਡ ਐਜ਼ ਸਟੂਡੈਂਟ। ਉਸ ਤੋਂ ਬਾਅਦ ਮੇਰਾ ਵਰਕ ਵੀਜ਼ਾ ਸੀਗਾ ਤੇ ਉਸ 2 ਸਾਲ ਮੈਂ ਵਰਕ ਕੀਤਾ ਉੱਥੇ। ਉਸ ਤੋਂ ਬਾਅਦ ਮੇਰੀ ਸਿਸਟਰ ਦੀ ਮੈਰਿਜ ਸੀ, ਇਸ ਲਈ ਮੈਂ ਇੱਥੇ ਆਇਆ ਸੀ। ਤੁਸੀਂ ਕਦੋਂ ਆਏ ਇੱਥੇ ਸਿਸਟਰ ਦੀ ਮੈਰਿਜ ਅਟੈਂਡ ਕਰਨ? ਲਾਸਟ ਈਅਰ ਜਨਵਰੀ 2020 ਚ। ਹਾਂਜੀ, ਤੇ ਉਸ ਤੋਂ ਬਾਅਦ ਮੇਰੀ 22 ਮਾਰਚ ਦੀ ਫਲਾਈਟ ਸੀਗੀ ਤੇ 19 ਮਾਰਚ ਨੂੰ ਗਵਰਨਮੈਂਟ ਨੇ ਬਾਰਡਰ ਸੀਲ ਕਰਤੇ ਤੇ ਇੱਥੇ ਸਟਕ ਹੋ ਗਿਆ ਸੀ। ਤੇ ਹੁਣ ਗੁਜ਼ਾਰਾ ਕਿਵੇਂ ਚੱਲ ਰਿਹਾ ਪਰਿਵਾਰ ਦਾ? ਪਰਿਵਾਰ 'ਚ ਕੋਈ ਕਮਾਉਣ ਵਾਲਾ ਹੈ? ਗੁਜ਼ਾਰਾ ਭਾਜੀ ਔਖਾ ਹੀ ਆ, ਕਿਉਂਕਿ ਖੇਤੀਬਾੜੀ ਕਰਦਾ ਫਾਦਰ ਸਾਹਿਬ। ਤੇ ਜਦੋਂ ਮੈਂ ਸਟੂਡੈਂਟ ਗਿਆ ਸੀ ਲਿਮਟਾਂ ਚੁੱਕ ਕੇ ਗਏ ਸੀ ਅਸੀਂ, ਤੇ ਉਹਨਾਂ ਜਿਹੜੇ ਖੇਤੀਬਾੜੀ ਚੱਲ ਰਹੀ ਆ ਉਹਨਾਂ ਨਾਲ ਬਸ ਵਿਆਜ ਹੀ ਨਿਕਲ ਰਿਹਾ ਲਿਮਟਾਂ ਦਾ, ਤੇ ਸਰਵਾਈਵ ਕਰਨਾ ਬਹੁਤ ਹਾਰਡ ਹੋ ਰਿਹਾ ਹੁਣ। ਹਾਂਜੀ ਉੱਥੇ ਵੀ ਲੋਨ ਵਗੈਰਾ ਲਿਆ ਹੋਇਆ? ਹਾਂਜੀ ਭਾਜੀ, ਮੇਰੀ ਗੱਡੀ ਸੀਗੀ ਉੱਥੇ, ਉਹ ਵੀ ਲੋਨ ਤੇ ਸੀਗੀ। ਉਹ ਹੁਣ ਖ਼ਰਾਬ ਹੋ ਚੁੱਕੀ ਤੇ ਮੈਨੂੰ ਥੋੜਾ ਘਾਟਾ ਪਾ ਕੇ ਉਹਨੂੰ ਵੇਚਣੀ ਪਈ ਉਹ, ਕਿਉਂਕਿ ਉੱਥੇ ਵੀ ਘਾਟਾ ਪੈ ਹੀ ਰਿਹਾ ਮੈਨੂੰ। ਮੇਰੇ ਕਾਫੀ ਡਾਕੂਮੈਂਟਸ ਉੱਥੇ ਪਏ ਆ, ਓਰੀਜਨਲ ਨੇ, ਤੇ ਵੈਰੀ ਹਾਰਡ। ਗੱਡੀ ਉਰੇ ਰਹਿੰਦੇ ਹੋਏ ਵੇਚੀ ਆ ਉੱਥੇ ਆਪਣੇ ਯਾਰ ਦੋਸਤ ਨੂੰ ਕਿਹਾ? ਹਾਂਜੀ ਹਾਂਜੀ, ਉਸਨੇ ਵੇਚੀ ਹੈ ਮੇਰੇ ਪਿੱਛੋਂ, ਕਿਉਂਕਿ ਉਸ ਨੂੰ ਜੰਗਾਲ ਲੱਗ ਰਿਹਾ ਸੀ, ਰੋਡ ਤੇ ਪਾਰਕ ਕੀਤੀ ਹੋਈ ਸੀ, ਤੇ ਉਹ ਵੇਚਣੀ ਪੈਣੀ ਸੀ ਕਿਉਂਕਿ ਉਹ ਬਾਅਦ 'ਚ ਕੋਈ ਫਾਇਦਾ ਨਹੀਂ ਸੀ ਹੋਣਾ ਉਹਦਾ। ਤੇ ਜਿਹੜੇ ਇਮੀਗ੍ਰੇਸ਼ਨ ਲਾਇਰ ਹੁੰਦੇ ਇੰਟਰਨੈਸ਼ਨਲ ਲੈਵਲ ਦੇ, ਜਾਂ ਉਰੇ ਉੱਥੇ ਨਿਊਜ਼ੀਲੈਂਡ ਦੇ ਲਾ ਲਓ ਜਾਂ ਉਰੇ ਦੇ ਲਾ ਲਓ, ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਹੈਗਾ? ਕੀ ਤੁਹਾਡਾ ਕੇਸ ਪਲੀਡ ਹੋ ਸਕਦਾ? ਐਮਬੈਸੀ ਵਗੈਰਾ ਵੱਲੋਂ ਕੀ ਕਿਹਾ ਜਾ ਰਿਹਾ? ਐਮਬੈਸੀ ਵੱਲੋਂ ਭਾਜੀ ਇਹੀ ਕਹਿ ਰਿਹਾ ਕਿ ਅਜੇ ਕੋਵਿਡ ਦੇ ਰੈਸਟ੍ਰਿਕਸ਼ਨਸ ਕਰਕੇ ਅਜੇ ਕੁਝ ਨਹੀਂ ਕਹਿ ਸਕਦੇ ਅਸੀਂ। ਜਦੋਂ ਵੀ ਕੋਈ ਹੋਊਗਾ ਉਦੋਂ ਤੁਹਾਨੂੰ ਦੱਸਿਆ ਜਾਊਗਾ। ਜੇ ਗੱਲ ਕਰ ਲਓ ਵੀ ਨਹੀਂ ਮੰਨਦੀ ਸਰਕਾਰ, ਨਿਊਜ਼ੀਲੈਂਡ ਦੀ ਐਮਬੈਸੀ ਨਹੀਂ ਮੰਨਦੀ ਹੈ, ਫਿਰ ਅੱਗੇ ਕੀ ਹੈ? ਅੱਗੇ ਭਾਜੀ ਫਿਰ ਤੇ ਇਟਸ ਵੈਰੀ ਹਾਰਡ, ਬਿਕੋਜ਼ ਸਾਡੇ ਹੁਣ ਹੈ ਨਹੀਂ ਕੋਈ ਇਨਕਮ ਕਿ ਹੋਰ ਕਿਤੇ ਜਾ ਸਕੀਏ। ਪੰਜਾਬ 'ਚ ਕੋਈ ਕੰਮ ਕਾਰ ਸ਼ੁਰੂ ਕਰ ਸਕਦੇ ਹੋ? ਪੰਜਾਬ 'ਚ ਕੋਈ ਤੁਹਾਨੂੰ ਲੱਗਦਾ ਆਪਣਾ ਫਿਊਚਰ ਹੈਗਾ? ਨਹੀਂ ਭਾਜੀ, ਇਟਸ ਵੈਰੀ ਹਾਰਡ। ਕਿਉਂ, ਕੀ ਕਾਰਨ ਹੈ? ਭਾਜੀ ਇਨਕਮ ਨਹੀਂ ਹੈ, ਕੋਈ ਬਿਜ਼ਨਸ ਸ਼ੁਰੂ ਕਰਨਾ ਉਸ ਵਾਸਤੇ ਵੀ ਲੋਨ ਚਾਹੀਦਾ, ਬਟ ਉਹ ਆਲਰੇਡੀ ਹੈਗਾ ਸਾਡੇ ਤੋਂ, ਅਸੀਂ ਲੋਨ ਵੀ ਨਹੀਂ ਲੈ ਸਕਦੇ ਕਿਸੇ ਤੋਂ। ਤੇ ਬਿਜ਼ਨਸ ਵਾਸਤੇ ਆਪ ਨੂੰ ਪੈਸੇ ਦੀ ਜ਼ਰੂਰਤ ਪੈਂਦੀ ਹੈ, ਤੇ ਉਹ ਹੈ ਨਹੀਂ ਹੁਣ ਪੈਸੇ ਨਾਲ। ਗੱਲ ਕਰਦੇ ਹਾਂ ਇੱਕ ਨੌਜਵਾਨ ਨਾਲ। ਉਹਨਾਂ ਦੀ ਆਈਡੈਂਟੀਟੀ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਉਹਨਾਂ ਸਾਨੂੰ ਰਿਕੁਐਸਟ ਕੀਤੀ ਹੈ, ਕੋਈ ਨਿੱਜੀ ਕਾਰਨਾਂ ਕਰਕੇ ਉਹ ਆਪਣੀ ਆਈਡੈਂਟੀਟੀ ਨਹੀਂ ਡਿਸਕਲੋਜ਼ ਕਰਦੇ, ਪਰ ਇਹ ਵੀ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ ਤੇ ਕੁਝ ਕਾਰਨਾਂ ਕਰਕੇ, ਮਜਬੂਰੀਆਂ ਕਰਕੇ ਨਿਊਜ਼ੀਲੈਂਡ ਤੋਂ ਪੰਜਾਬ ਆਏ ਸੀ ਤੇ ਹੁਣ ਵਾਪਸ ਜਾਣਾ ਬਹੁਤ ਔਖਾ ਹੋ ਗਿਆ। ਗੱਲਬਾਤ ਕਰਦੇ ਹਾਂ। ਬਾਈ ਜੀ, ਕੀ ਕਹਾਣੀ ਹੈ ਤੁਹਾਡੀ? ਕਦੋਂ ਆਏ ਸੀ? ਕੀ ਗੱਲ ਕਰਨ ਆਏ ਸੀਗੇ ਪੰਜਾਬ, ਤੇ ਹੁਣ ਕੀ ਜਵਾਬ ਮਿਲ ਰਿਹਾ ਐਮਬੈਸੀ ਵੱਲੋਂ? ਮੇਰੇ ਮਿਸਿਜ ਸਟੱਡੀ ਵੀਜ਼ਾ ਲੱਗਾ ਜੀ ਨਿਊਜ਼ੀਲੈਂਡ ਦਾ। ਉੱਥੋਂ ਆਪਣੀ ਸਟੱਡੀ ਪੂਰੀ ਕਰਨ ਤੋਂ ਬਾਅਦ ਪਾਪਾ ਦੀ ਸਿਹਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ, ਅਤੇ ਉਹਨਾਂ ਨੂੰ ਉਦੋਂ ਬੁਲਾਇਆ ਨਹੀਂ ਵੀ ਚਲੋ ਜੇ ਇਹਨਾਂ ਨੂੰ ਵਿੱਚ ਸਟੱਡੀ 'ਤੇ ਬੁਲਾ ਲਿਆ। ਉਸ ਤੋਂ ਬਾਅਦ ਪੈਸੇ ਜ਼ਿਆਦਾ ਖਰਚ ਕੀਤੇ ਆ, ਉਹ ਛੁੱਟੀਆਂ ਹੋ ਜਾਣਗੀਆਂ, ਉਹਨਾਂ ਦੀ ਸਟੱਡੀ ਖਰਾਬ ਹੋ ਜਾਏਗੀ, ਇਸ ਕਰਕੇ ਬੁਲਾਇਆ ਨਹੀਂ। ਸਟੱਡੀ ਕੰਪਲੀਟ ਹੋਣ ਤੋਂ ਬਾਅਦ ਕੁਝ ਹੀ ਦਿਨਾਂ ਬਾਅਦ ਉਹਨਾਂ ਦਾ ਆਪਣਾ ਵਰਕ ਪਰਮਿਟ ਅਪਲਾਈ ਕੀਤਾ, ਉਹਨਾਂ ਨੂੰ ਓਪਨ ਵਰਕ ਮਿਲ ਗਿਆ। ਓਪਨ ਵਰਕ ਮਿਲਣ ਤੋਂ ਬਾਅਦ 10-15 ਦਿਨਾਂ ਦੇ ਵਿੱਚ ਉਹ ਇੰਡੀਆ ਆ ਗਏ ਵੀ ਮੈਂ ਪਾਪਾ ਦਾ ਪਤਾ ਲੈ ਲਾਂਗਾ। ਜਦੋਂ ਪਾਪਾ ਦਾ ਪਤਾ ਲੈਣ ਆਏ, ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਵੀ, ਚਲੋ ਵੇਖ ਕੇ ਉਹਨਾਂ ਨੂੰ ਹੌਸਲਾ ਆਇਆ, ਥੋੜ੍ਹਾ ਚੱਲਣ ਫਿਰਨ ਲੱਗ ਪਏ। ਅਚਾਨਕ ਹੀ ਆ ਕਰੋਨਾ ਕਰਕੇ ਜਦੋਂ ਬੰਦ ਹੋ ਗਿਆ, ਲੋਕਡਾਊਨ ਲੱਗਾ, ਸਾਡਾ ਸਮਾਨ ਜਿਹੜਾ ਸੀ ਬੈਗ 'ਚ ਪੈਕ ਰਹਿ ਗਿਆ। 18 ਤਰੀਕ ਨੂੰ ਪਾਪਾ ਦੀ ਅਸੀਂ ਵਾਪਸ ਜਾਣਾ ਸੀ 18 ਤਰੀਕ ਨੂੰ ਜੀ। ਉਹ ਕਿਸੇ ਕਾਰਨ ਕਰਕੇ ਅਸੀਂ ਟਿਕਟ ਜਿਹੜੀ ਸੀ 20 ਤਰੀਕ ਦੀ ਕਰਵਾ ਲਈ। ਸਾਡਾ ਉਸੇ ਤਰ੍ਹਾਂ ਜਿਹੜਾ ਸਮਾਨ ਸੀ ਬੈਗ ਦੇ ਵਿੱਚ ਪੈਕ ਰਹਿ ਗਿਆ। ਇਹ ਪੈਕ ਰਹਿਣ ਕਰਕੇ ਸਾਨੂੰ ਗਵਾਂਢੀ ਜਾਂ ਲੋਕਾਂ ਦੀਆਂ ਖਬਰਾਂ ਸੁਣੀ ਦੀਆਂ ਸੀ ਵੀ ਬਸ ਇਹ ਰਹਿ ਗਏ, ਹੁਣ ਨਹੀਂ ਇਹ ਵਾਪਸ ਜਾ ਸਕਦੇ। ਅਤੇ ਇਸ ਕਰਕੇ ਉਹ ਪਾਪਾ ਨੇ ਉਹ ਗੱਲ ਜਿਹੜੀ ਸੀ ਮਨ 'ਤੇ ਲਾ ਲਈ, ਡਿਪਰੈਸ਼ਨ 'ਚ ਆ ਕੇ ਉਹਨਾਂ ਨੂੰ ਅਟੈਕ ਹੋ ਗਿਆ ਅਤੇ ਉਹ ਡੈਥ ਹੋ ਗਈ।
ਉਸ ਤੋਂ ਬਾਅਦ ਪਾਪਾ ਦੀ ਡੈਥ ਹੋਣ ਤੋਂ ਬਾਅਦ ਪਾਪਾ ਨੇ ਪੈਸਾ ਵੀ ਇੰਨਾ ਕੁ ਜ਼ਿਆਦਾ ਖਰਚਾ ਸੀ ਕਿ ਹਜੇ ਤੱਕ ਤੇ ਉੱਥੇ ਕਮਾਈ ਵੀ ਨਹੀਂ ਕੀਤੀ, 1 ਰੁਪਈਆ ਨਹੀਂ ਹਜੇ ਕਮਾਇਆ। ਕਿੰਨਾ ਪੈਸੇ ਲੱਗ ਚੁੱਕੇ ਤੁਹਾਡਾ ਹੁਣ ਤੱਕ ਨਿਊਜ਼ੀਲੈਂਡ ਜਾਣ 'ਚ, ਕਿੰਨਾ ਖਰਚਾ ਹੋ ਗਿਆ? 18 ਤੋਂ 22 ਲੱਖ ਦੇ ਵਿੱਚ ਸਾਡਾ ਉੱਥੇ ਸਾਰਾ ਖਰਚਾ ਆਇਆ ਸੀ ਜੀ। ਪਾਪਾ ਗਵਰਨਮੈਂਟ EMPLOYE ਹੀ, ਰਿਟਾਇਰਮੈਂਟ ਤੋਂ ਬਾਅਦ ਜਿੰਨਾ ਹੀ ਪੈਸਾ ਉਹਨਾਂ ਨੂੰ ਮਿਲਿਆ ਸੀ ਉਹਨਾਂ ਨੇ ਬਾਹਰ ਭੇਜਣ ਵਾਸਤੇ ਲਗਾ ਦਿੱਤਾ ਸੀ, ਤੇ ਉਹ ਡੈਥ ਹੋਣ ਕਰਕੇ ਬਾਅਦ ਦੇ ਵਿੱਚ ਕੁਛ ਨਾ ਰਿਹਾ। ਉਹਦੇ ਕਰਕੇ ਮਿਸਿਸ ਨੇ ਇੰਨੀ ਕੁ ਜ਼ਿਆਦਾ ਟੈਨਸ਼ਨ ਲਾ ਲਈ ਵੀ ਸਾਡਾ ਫਿਊਚਰ ਖਰਾਬ ਹੋ ਗਿਆ। ਮਿਸਿਸ ਨੂੰ ਇੰਨੀ ਕੁ ਟੈਨਸ਼ਨ ਦੀ ਪ੍ਰੋਬਲਮ ਸੀ ਕਿ ਰੋਜ਼ ਰਾਤ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੌਣਾ ਪੈਂਦਾ ਸੀ, ਤੇ ਡਾਕਟਰਾਂ ਕੋਲ ਰੋਜ਼ ਜਾਣਾ ਪੈਂਦਾ ਸੀ। ਉਹਨਾਂ ਨੂੰ ਹੌਲੀ ਹੌਲੀ ਠੀਕ ਹੋਣ ਤੋਂ ਬਾਅਦ ਫਿਰ ਸਾਨੂੰ ਮਾੜੀ ਜੀ ਆਸ ਥੋੜ੍ਹੀ ਜਿਹੀ ਜਾਗੀ ਵੀ ਸਾਡਾ ਜਿਹੜਾ ਸਿੱਖ ਭਾਈਚਾਰਾ ਵਾ, ਸਾਡੀ ਉਹਨਾਂ ਨੇ ਆਵਾਜ਼ ਬਹੁਤ ਜ਼ਿਆਦਾ ਚੁੱਕੀ ਸੀ। ਆਸ ਲੱਗਣ ਤੋਂ ਬਾਅਦ ਇੱਕਦਮ ਹੌਸਲਾ ਤੇ ਮਿਲਿਆ। ਹੌਸਲਾ ਮਿਲਣ ਤੋਂ ਬਾਅਦ ਹੀ ਇੱਕਦਮ ਸਾਰਾ ਕੁਝ ਫਿਰ ਖਤਮ ਹੋ ਗਿਆ, ਕਿਉਂਕਿ ਉਹ ਆਵਾਜ਼ ਚੁੱਕਣ ਤੋਂ ਅਗਲੇ ਦਿਨ ਬਾਅਦ ਕੁਝ ਨਿਊਜ਼ ਨਹੀਂ, ਕੋਈ ਕੁਛ ਨਹੀਂ, ਸਾਰਾ ਕੁਝ ਫਿਨਿਸ਼ ਹੋ ਗਿਆ। ਅੱਜ ਫਿਰ ਅਸੀਂ ਸਾਰੇ ਜਾਣੇ ਇਕੱਠੇ ਹੋਏ, ਤੇ ਮੇਰੇ ਘਰ ਮੇਰੀ ਸਿਸਟਰ ਦੀ ਡੈਥ ਹੋਈ ਆ, ਤੇ ਉਹਨਾਂ ਦਾ ਹਜੇ ਚੌਥਾ ਸੀ, ਤੇ ਚਲੋ ਆਖਿਆ ਵੀ ਚਲੋ ਇੱਕ ਵਾਰੀ ਵੀਰਾਂ ਉਹਨਾਂ ਨਾਲ ਚੱਲੀਏ ਤੇ ਇੱਕ ਵਾਰੀ ਗੱਲ ਕਰੀਏ। ਅੱਜ ਉੱਥੇ ਘਰ ਚੌਥੇ ਦਾ ਛੱਡ ਕੇ ਰਸਮ, ਤੇ ਮੈਂ ਇੱਥੇ ਆਇਆ ਵੀ ਚਲੋ ਸਾਡੀ ਆਵਾਜ਼ ਚੁੱਕੀ ਜਾਊ, ਸਾਡਾ ਘਰ ਫਿਰ ਉਸੇ ਤਰ੍ਹਾਂ ਪਹਿਲਾਂ ਹਰਿਆ ਭਰਿਆ ਹੋ ਜਾਏਗਾ। ਬਸ ਇਹੀ ਹੈ ਜੀ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਅੰਮ੍ਰਿਤਸਰ ਦੇ ਜੀ। ਅੰਮ੍ਰਿਤਸਰ ਸ਼ਹਿਰ ਦੇ? ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰਹਿੰਦੇ ਜੀ ਅਸੀਂ। ਤੁਸੀਂ ਆਪਦੇ ਲੈਵਲ ਤੇ ਪੋਲੀਟੀਕਲ ਬੰਦੇ ਨੂੰ ਅਪਰੋਚ ਕੀਤੀ, ਉਹਨਾਂ ਨੇ ਕੀ ਜਵਾਬ ਦਿੱਤਾ ਫਿਰ? ਇਸੇ ਤਰ੍ਹਾਂ ਜਿੱਦਾਂ ਅਸੀਂ ਗਰੁੱਪ ਬਣਾਇਆ ਸੀ, ਗਰੁੱਪ ਦੇ ਵਿੱਚ ਸਾਰੇ ਜਾਣੇ ਇਕੱਠੇ ਹੋਏ। ਇਕੱਠੇ ਹੋਣ ਤੋਂ ਬਾਅਦ ਅਸੀਂ ਭਗਵੰਤ ਮਾਨ ਜੀ ਨੂੰ ਮਿਲੇ, ਗੁਰਜੀਤ ਸਿੰਘ ਔਜਲਾ ਜੀ ਨੂੰ ਮਿਲੇ। ਉਸ ਤੋਂ ਬਾਅਦ ਜਿਹੜੇ ਦਰਬਾਰ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ, ਉਹਨਾਂ ਨੂੰ ਮਿਲੇ। ਉਹਨਾਂ ਨੂੰ ਮਿਲਣ ਤੋਂ ਬਾਅਦ ਹਰਪ੍ਰੀਤ ਜੀ ਨੇ ਉੱਧਰ ਨਿਊਜ਼ੀਲੈਂਡ ਦੇ ਵਿੱਚ ਸਿੱਖ ਜਥੇਬੰਦੀਆਂ ਨੂੰ ਕਿਹਾ ਤਾਲਮੇਲ। ਫਿਰ ਉਹ ਸਿੱਖ ਜਥੇਬੰਦੀਆਂ ਨੇ ਇੱਕ ਆਪਣਾ ਫੰਕਸ਼ਨ ਰੱਖਿਆ। ਫੰਕਸ਼ਨ ਦੇ ਵਿੱਚ ਸਾਨੂੰ ਆਸ ਬਹੁਤ ਜਾਗੀ ਵੀ ਅਸੀਂ ਵਾਪਸ ਚਲੇ ਜਾਵਾਂਗੇ, ਬਟ ਉਸ ਫੰਕਸ਼ਨ ਤੋਂ ਬਾਅਦ ਸਾਨੂੰ ਕੁਛ ਨਹੀਂ, ਆਸ ਹੀ ਨਹੀਂ ਹੈਗੀ ਵੀ ਅਸੀਂ ਵਾਪਸ ਜਾ ਸਕਾਂਗੇ। ਨੌਜਵਾਨ ਨੂੰ ਕਹਿ ਰਿਹਾ ਵੀ ਉਹਨਾਂ ਦਾ ਅਗਲਾ ਸਟੈਪ ਹੋਊਗਾ ਵੀ ਉਹ ਦਿੱਲੀ ਜਾ ਕੇ ਨਿਊਜ਼ੀਲੈਂਡ ਦੀ ਅੰਬੈਸੀ ਦੇ ਬਾਹਰ ਭੁੱਖ ਹੜਤਾਲ ਤੇ ਬੈਠਣਗੇ। ਚੰਡੀਗੜ੍ਹ ਤੋਂ ਕੈਮਰਾਮੈਨ ਕਮਲਜੀਤ ਦੇ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ TV।